नमस्कार स्टूडेंट्स। ਅੱਜ ਦਾ ਆਪਣਾ ਟੌਪਿਕ ਹੈ ਕੈਪੈਸਿਟੀ ਆਫ ਪਾਰਟੀਜ਼। ਲਾਸਟ ਲੈਕਚਰ ਦੇ ਵਿੱਚ ਆਪਾਂ ਨੇ ਇਹੀ ਟੌਪਿਕ ਡਿਸਕਸ ਕੀਤਾ ਸੀ, ਇਸ ਨੂੰ ਅੱਗੇ ਕੰਟੀਨਿਊ ਕਰ ਰਹੇ ਹਾਂ। ਤਾਂ ਲਾਸਟ ਲੈਕਚਰ ਦੇ ਵਿੱਚ ਜੋ ਆਪਾਂ ਨੇ ਡਿਸਕਸ ਕੀਤਾ ਸੀ ਉਸ ਨੂੰ ਥੋੜਾ ਜਿਹਾ ਰਿਵਿਊ ਕਰਦੇ ਹਾਂ ਆਪਾਂ। ਸੈਕਸ਼ਨ 11 ਹੈ ਜਿਹੜਾ ਉਹ ਆਪਾਂ ਨੂੰ ਪਾਰਟੀਜ਼ ਦੀ ਕੰਪੀਟੈਂਸੀ ਬਾਰੇ ਦੱਸਦਾ ਹੈਗਾ, ਕਿਹੜੀਆਂ ਪਾਰਟੀਜ਼ ਕੰਟਰੈਕਟ ਕਰਨ ਦੇ ਲਈ ਕੰਪੀਟੈਂਟ ਨੇ, ਕਿਹੜੀਆਂ ਪਾਰਟੀਜ਼ ਕੰਪੀਟੈਂਟ ਨਹੀਂ ਹੈ। ਤਾਂ ਇੱਥੇ ਆਪਾਂ ਨੇ ਗੱਲ ਕੀਤੀ ਸੀ 3 ਪਰਸਨਸ ਨੇ ਜਿਹੜੇ ਕੰਪੀਟੈਂਟ ਨਹੀਂ ਹੈ, ਮਾਈਨਰ, ਪਰਸਨ ਆਫ ਅਨਸਾਊਂਡ ਮਾਈਂਡ, ਡਿਸਕੁਆਲੀਫਾਈਡ ਪਰਸਨ, ਠੀਕ ਹੈ। ਔਰ ਇਹ ਆਪਾਂ ਨੇ ਗੱਲ ਕੀਤੀ ਸੀ ਕਿ ਇਹਨਾਂ ਪਰਸਨਸ ਦੇ ਨਾਲ, ਅਬਵ ਮੈਂਸ਼ਨਡ ਪਰਸਨਸ ਦੇ ਨਾਲ ਕੋਈ ਵੀ ਕੰਟਰੈਕਟ ਹੁੰਦਾ ਤਾਂ ਉਹ ਵੋਇਡ ਹੋਏਗਾ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਮਾਈਨਰ ਬਾਰੇ। ਮਾਈਨਰ ਕੌਣ ਹੈ? ਜਿਸ ਮਾਈਨਰ ਮਤਲਬ ਇੰਡੀਅਨ ਮੈਜੋਰਟੀ ਐਕਟ ਦੇ ਵਿੱਚ ਜਿਹੜੇ ਪਰਸਨ ਦੀ ਉਮਰ ਅਜੇ 18 ਸਾਲ ਦੀ ਨਹੀਂ ਹੋਈ ਉਸ ਨੂੰ ਆਪਾਂ ਮਾਈਨਰ ਕਹਿੰਦੇ ਆ, ਠੀਕ ਹੈ। ਨੈਕਸਟ, ਕਿਉਂ ਪ੍ਰੋਟੈਕਟ ਕਰਨਾ ਚਾਹੀਦਾ ਹੈ ਇਹ ਡਿਸਕਸ ਕੀਤਾ। ਐਂਡ ਮੇਨਲੀ ਜੋ ਆਪਾਂ ਨੇ ਇਸ ਦੇ ਵਿੱਚ ਡਿਸਕਸ ਕੀਤਾ ਸੀ ਇਫੈਕਟਸ ਆਫ ਮਾਈਨਰਸ ਐਗਰੀਮੈਂਟ, ਕਿ ਮਾਈਨਰ ਦੇ ਨਾਲ ਜੇ ਕੋਈ ਐਗਰੀਮੈਂਟ ਕੀਤਾ ਜਾਂਦਾ ਹੈ ਕਿਸੇ ਕੰਟਰੈਕਟ ਦੇ ਵਿੱਚ, ਐਗਰੀਮੈਂਟ ਦੇ ਵਿੱਚ ਇੱਕ ਪਾਰਟੀ ਮਾਈਨਰ ਹੈ ਤਾਂ ਉਸ ਦੇ ਕੀ ਇਫੈਕਟਸ ਹੋਣਗੇ। ਤਾਂ ਇਸ ਦੇ ਵਿੱਚ ਆਪਾਂ ਨੇ ਕੁਝ ਪੁਆਇੰਟਸ ਡਿਸਕਸ ਕੀਤੇ ਸੀ। ਸਭ ਤੋਂ ਪਹਿਲਾਂ ਆਪਾਂ ਨੇ ਗੱਲ ਕੀਤੀ ਸੀ ਐਗਰੀਮੈਂਟ ਵਿਦ ਔਰ ਬਾਏ ਅ ਮਾਈਨਰ ਇਜ਼ ਵੋਇਡ। ਕੋਈ ਵੀ ਮਾਈਨਰ ਕਿਸੇ ਨਾਲ ਕੰਟਰੈਕਟ ਕਰਦਾ ਹੈ ਜਾਂ ਮਾਈਨਰ ਦੇ ਨਾਲ ਕੋਈ ਕੰਟਰੈਕਟ ਕਰਦਾ ਹੈ ਤਾਂ ਉਹ ਜਿਹੜਾ ਹੈਗਾ ਕੰਟਰੈਕਟ ਵੋਇਡ ਹੋਏਗਾ, ਠੀਕ ਹੈ। ਇਹ ਆਪਾਂ ਨੂੰ ਕਲੀਅਰ ਕੀਤਾ ਸੀਗਾ ਮੋਹਾਰੀ ਬੀਬੀ ਵਰਸਸ ਧਰਮੋਦਾਸ ਘੋਸ਼ ਦੇ ਵਿੱਚ, ਜਿਹਦੇ ਵਿੱਚ ਇੱਕ ਮਾਈਨਰ ਹੈ ਜਿਹੜਾ ਜਿਹੜਾ ਹੈਗਾ ਲੋਨ ਲੈਂਦਾ ਔਰ ਉਸਦੇ ਅਗੇਂਸਟ ਕੋਈ ਸਿਕਿਉਰਿਟੀ ਦਿੰਦਾ ਔਰ ਮੈਜੋਰਟੀ ਗੇਨ ਕਰਨ ਤੇ ਅਟੇਨ ਕਰਨ ਤੇ ਜਿਹੜਾ ਹੈਗਾ ਐਗਜ਼ੀਕਿਊਸ਼ਨ ਕੈਂਸਲ ਕਰਨ ਦੇ ਲਈ ਕਹਿੰਦਾ। ਤਾਂ ਉੱਥੇ ਕਹਿੰਦੇ ਆ ਕਿ ਉਹ ਜਿਹੜਾ ਕੰਟਰੈਕਟ ਹੈ ਉਹ ਵੋਇਡ ਹੈ ਤਾਂ ਉਸਨੂੰ ਰੀਪੇ ਕਰਨ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਇਸ ਦੀ ਆਪਾਂ ਨੇ ਮੋਡੀਫਿਕੇਸ਼ਨ ਕੀਤੀ ਸੀ ਕਿ ਐਬਸੋਲਿਊਟਲੀ ਵੋਇਡ ਨਹੀਂ ਹੋਊਗਾ, ਠੀਕ ਹੈ। ਜੇ ਉਸਦਾ ਗਾਰਡੀਅਨ ਹੈ ਜਿਹੜਾ ਉਸਦੇ ਬਿਹਾਫ ਤੇ ਕੰਟਰੈਕਟ ਕਰ ਰਿਹਾ ਹੈਗਾ ਤਾਂ ਉਹ ਐਨਫੋਰਸੇਬਲ ਹੋਊਗਾ। ਇਹ ਆਪਾਂ ਨੇ ਡਿਸਕਸ ਕੀਤਾ ਸੀ ਸੁਬਰਮਨੀਅਮ ਕੇਸ ਦੇ ਵਿੱਚ। ਸੈਕਿੰਡ ਪੁਆਇੰਟ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਕਿ ਇੱਕ ਮਾਈਨਰ ਕੋਈ ਕੰਟਰੈਕਟ ਕਰਦਾ ਤਾਂ ਮੈਜੋਰਟੀ ਅਟੇਨ ਕਰਨ ਤੇ ਉਹ ਉਸੇ ਕੰਟਰੈਕਟ ਨੂੰ ਰੈਟੀਫਾਈ ਨਹੀਂ ਕਰ ਸਕਦਾ, ਉਹ ਕੰਟਰੈਕਟ ਹਮੇਸ਼ਾ ਵੋਇਡ ਹੀ ਰਹੇਗਾ। ਥਰਡ ਪੁਆਇੰਟ ਦੇ ਵਿੱਚ ਆਪਾਂ ਨੇ ਗੱਲ ਕੀਤੀ ਮਾਈਨਰ ਕੈਨ ਬੀ ਅ ਪ੍ਰੋਮਿਸਰੀ ਔਰ ਬੈਨੀਫਿਸ਼ਰੀ। ਜਿਹੜਾ ਮਾਈਨਰ ਹੈ ਉਹ ਜੇ ਕਿਸੇ ਕੰਟਰੈਕਟ ਦੇ ਵਿੱਚ ਪ੍ਰੋਮਿਸਰੀ ਹੈ ਜਾਂ ਬੈਨੀਫਿਸ਼ਰੀ ਹੈ, ਉਸਨੂੰ ਬੈਨੀਫਿਟ ਹੋ ਰਿਹਾ ਤਾਂ ਉਹ ਬੈਨੀਫਿਟ ਨੂੰ ਕਲੇਮ ਕਰ ਸਕਦਾ। ਜਿਵੇਂ ਆਪਾਂ ਨੇ ਇੰਸ਼ੋਰੈਂਸ ਦੀ ਗੱਲ ਕੀਤੀ ਸੀ ਕਿ ਉਹਨਾਂ ਨੇ ਕਿਸੇ ਮਾਈਨਰ ਨੇ ਆਪਣੀਆਂ ਗੁੱਡਸ ਇੰਸ਼ੋਰ ਕਰਵਾਈਆਂ ਤੇ ਇੰਸ਼ੋਰੈਂਸ ਕੰਪਨੀ ਉਹਨਾਂ ਦੇ ਡੈਮੇਜਸ ਨੂੰ ਪੇ ਆਫ ਕਰਨ ਤੋਂ ਮਨਾ ਨਹੀਂ ਕਰ ਸਕਦੀ। ਫੋਰਥ ਪੁਆਇੰਟ ਇਸ ਦੇ ਵਿੱਚ ਆਪਾਂ ਨੇ ਪੜ੍ਹਿਆ ਨੋ ਐਸਟੋਪਲ ਅਗੇਂਸਟ ਅ ਮਾਈਨਰ। ਇਸ ਦੇ ਵਿੱਚ ਆਪਾਂ ਕਿਹਾ ਸੀਗਾ ਕਿ ਮਾਈਨਰ ਜੇ ਇਹਨਾਂ ਪ੍ਰੋਵੀਜ਼ਨਸ ਦਾ ਬੈਨੀਫਿਟ ਲੈਂਦਾ ਤਾਂ ਉਸ ਨੂੰ ਇਸ ਤਰ੍ਹਾਂ ਨਾਲ ਅਲਾਉ ਨਹੀਂ ਕੀਤਾ ਜਾ ਸਕਦਾ। ਉਹ ਮਿਸ ਰਿਪਰੈਜ਼ੈਂਟੇਸ਼ਨ ਦੇ ਨਾਲ ਕਿਸੇ ਨੂੰ ਚੀਟ ਨਹੀਂ ਕਰ ਸਕਦਾ, ਉਸ ਨੂੰ ਚੀਟ ਕਰਨ ਦੀ ਲਿਬਰਟੀ ਨਹੀਂ ਹੈ, ਠੀਕ ਹੈ। ਜੇ ਉਹ ਇਸ ਤਰ੍ਹਾਂ ਨਾਲ ਕੋਈ ਕੰਟਰੈਕਟ ਕਰਦਾ ਆਪਣੀ ਏਜ ਗਲਤ ਦੱਸ ਕੇ, ਆਪਣੇ ਆਪ ਨੂੰ ਮੇਜਰ ਦੱਸ ਕੇ, ਤਾਂ ਉਹਦੇ ਨਾਲ ਜਿਹੜਾ ਹੈਗਾ ਉਸ ਨੂੰ ਜੋ ਵੀ ਬੈਨੀਫਿਟ ਹੋਇਆ ਹੋਊਗਾ ਉਸ ਕੰਟਰੈਕਟ ਦੇ ਵਿੱਚ, ਜੋ ਵੀ ਕੰਪਨਸੇਸ਼ਨ ਮਿਲੀ ਹੋਊਗੀ ਉਹ ਵਾਪਸ ਕਰਨੀ ਪਊਗੀ, ਰਿਟਰਨ ਕਰਨੀ ਪਊਗੀ। ਫਿਫਥ ਪੁਆਇੰਟ ਆਪਾਂ ਨੇ ਡਿਸਕਸ ਕੀਤਾ ਸੀ ਨੋ ਸਪੈਸੀਫਿਕ ਪਰਫਾਰਮੈਂਸ ਐਕਸੈਪਟ ਇਨ ਸਰਟਨ ਕੇਸਿਸ। ਮਾਈਨਰ ਹੈ ਜਿਹੜਾ ਉਹ ਕਿਸੇ ਵੀ ਤਰ੍ਹਾਂ ਨਾਲ ਉਸ ਤੋਂ ਸਪੈਸੀਫਿਕ ਪਰਫਾਰਮੈਂਸ ਨਹੀਂ ਕਲੇਮ ਕੀਤੀ ਜਾ ਸਕਦੀ, ਬਟ ਜੇ ਕੋਈ ਗਾਰਡੀਅਨ ਮਾਈਨਰ ਦੇ ਬਿਹਾਫ ਤੇ ਕੰਟਰੈਕਟ ਕਰ ਰਿਹਾ ਤਾਂ ਉਹ ਤੋਂ ਸਪੈਸੀਫਿਕ ਪਰਫਾਰਮੈਂਸ ਹੈ ਜਿਹੜੀ ਉਹ ਕਲੇਮ ਕੀਤੀ ਜਾ ਸਕਦੀ ਹੈ। ਕੰਡੀਸ਼ਨਸ ਨੇ ਇਸ ਦੇ ਵਿੱਚ ਦੋ ਕਿ ਉਹ ਜਿਹੜੀ ਕੰਟਰੈਕਟ ਹੈ ਉਹ ਗਾਰਡੀਅਨ ਜਾਂ ਮੈਨੇਜਰ ਦੀ ਅਥਾਰਟੀ ਦੇ ਵਿੱਚ ਜਿੰਨੇ ਐਕਸਟੈਂਟ ਤੱਕ ਉਹ ਕੋਈ ਕੰਟਰੈਕਟ ਕਰ ਸਕਦੇ ਉਸ ਦੇ ਵਿੱਚ, ਜਿਵੇਂ ਜਿਹੜਾ ਹੈਗਾ ਗਾਰਡੀਅਨਸ ਐਕਟ ਹੈ ਉਸਨੇ 10 ਲੱਖ ਤੱਕ ਦੀ ਅਥਾਰਟੀ ਦਿੱਤੀ ਹੋਈ ਹੈ ਗਾਰਡੀਅਨ ਨੂੰ ਕਿ ਤੁਸੀਂ ਇਸ ਮਾਈਨਰ ਦੇ ਜਿਹੜਾ ਹੈਗਾ ਬਿਹਾਫ ਦੇ ਵਿੱਚ 10 ਲੱਖ ਤੱਕ ਦੀਆਂ ਟ੍ਰਾਂਜੈਕਸ਼ਨਸ ਕਰ ਸਕਦੇ ਹੋ। ਤਾਂ ਉਹ 10 ਲੱਖ ਤੱਕ ਜਿਹੜਾ ਗਾਰਡੀਅਨ ਹੈ ਜਾਂ ਮੈਨੇਜਰ ਹੈ ਉਹ ਲਾਇਬਲ ਹੋਏਗਾ। ਸੈਕਿੰਡ, ਜੋ ਵੀ ਕੰਟਰੈਕਟ ਕੀਤਾ ਉਹ ਮਾਈਨਰ ਦੇ ਬੈਨੀਫਿਟ ਦੇ ਲਈ ਕੀਤਾ। ਇਸ ਦੇ ਲਈ ਆਪਾਂ ਨੇ ਕੇਸ ਕੀਤਾ ਸੀ ਲਾਲਚੰਦ ਵਰਸਸ ਨਰਹਾਰ। ਸਿਕਸਥ ਪੁਆਇੰਟ ਇਜ਼ ਲਾਇਬਿਲਿਟੀ ਫਾਰ ਟੋਰਟਸ। ਟੋਰਟਸ ਆਪਾਂ ਨੇ ਕਹੇ ਸੀ ਕਿ ਕੀ ਹੁੰਦੇ ਸਿਵਲ ਰੋਂਗ। ਜੇ ਕੋਈ ਮਾਈਨਰ ਕੋਈ ਗਲਤ ਕੰਮ ਕਰਦਾ ਹੈ ਜਾਣਬੁੱਝ ਕੇ ਤਾਂ ਉਹਦੇ ਲਈ ਉਹ ਲਾਇਬਲ ਹੋਵੇਗਾ। ਜਿਵੇਂ ਇਸ ਦੇ ਵਿੱਚ ਆਪਾਂ ਨੇ ਐਗਜ਼ਾਮਪਲ ਕੀਤੀ ਸੀ ਹਾਰਸ ਦੀ, ਕਿ ਹਾਰਸ ਉਸਨੇ ਆਪਣੇ ਫਰੈਂਡਸ ਤੋਂ ਜਾਂ ਕਿਸੇ ਤੋਂ ਰਿਸ਼ਤੇਦਾਰ ਤੋਂ ਲੈਤਾ ਰਾਈਡਿੰਗ ਦੇ ਲਈ, ਉਸਦਾ ਕੋਈ ਨੁਕਸਾਨ ਹੋ ਜਾਂਦਾ ਉਹ ਲਾਇਬਲ ਨਹੀਂ ਹੋਊਗਾ, ਠੀਕ ਹੈ। ਬਟ ਜੇ ਉਹ ਆਪਣੀ ਰਾਈਡਿੰਗ ਦੇ ਲਈ ਜਿਹੜਾ ਹੈਗਾ ਬੋਰੋ ਕਰਦਾ ਔਰ ਉਸ ਤੋਂ ਬਾਅਦ ਕਿਸੇ ਨੂੰ ਪਾਸ ਕਰ ਦਿੰਦਾ ਆਪਣੇ ਫਰੈਂਡਸ ਨੂੰ ਔਰ ਉਸ ਤੋਂ ਨੁਕਸਾਨ ਹੋ ਜਾਂਦਾ ਤਾਂ ਮਾਈਨਰ ਲਾਇਬਲ ਹੋਊਗਾ।
नो इंसॉल्वेंसी, माइनर कदे भी इंसॉल्वेंट नहीं हो सकता क्योंकि वो कॉन्ट्रैक्ट करन दे ही कैपेबल नहीं है। पार्टनरशिप दे विच की कहंदे है कि जिहड़ा एक माइनर है वो पार्टनरशिप दे विच बेनीफिट्स लै सकदा है बट पार्टनर नहीं हो सकता, मतलब कि उसनू कैपिटल दे विच इन्वेस्ट करन दे लई वो कंट्रैक्ट नहीं कर सकता, बट हाँ जी पार्टनरशिप दे विच कोई बेनीफिट हो रहा उसनू तो लै सकता है, क्लेम कर सकता है। माइनर एजेंट हो सकता है बट वो किसी भी तरह का लायबल नहीं होगा, विदाउट हिमसेल्फ बीइंग लायबल। ठीक है, ये दोनों पॉइंट्स ने जिहड़े आपां अगे फरदर अलग अलग एक्ट्स दे विच डिस्कस करांगे, जिवें पार्टनरशिप एक्ट दे विच ते ये जिहड़ा हैगा एजेंसी एक्ट जिहड़ा चैप्टर है उस दे विच डिस्कस करांगे। नैक्सट वन डिस्कस कीता सी आपां ने माइनर कैन नॉट माइंड पेरेंट और गार्डियन। पेरेंट या गार्डियन नूं जिहड़ा हैगा वो बाइंड नहीं कर सकता। ठीक है, ईवन फॉर नसैसरीज, अपनी नसैसरीज के लिए भी उन्होंने जिहड़ा है बाइंड नहीं कर सकता कि बाइंड करना स्यू नहीं कर सकता। ठीक है, तो ये जिहड़ा है अपने लास्ट लैक्चर दे विच डिस्कस किया। नैक्सट जो आपां अगे कंटिन्यू करते हैं ये है अपना 11वां पॉइंट, जॉइंट कॉन्ट्रैक्ट बाय माइनर एंड अडल्ट। देखो एक कॉन्ट्रैक्ट है उस दो पार्टीज ने। ठीक है, ए एंड बी। ए दे विच एक सिंगल परसन है, मेजर है, आपां उसनूं छड्ड दिंदे हां। बी पार्टी है जिहड़ी उस दे विच मान लो दो परसनस ने, दो परसनस मिल के भी एक कॉन्ट्रैक्ट कर सकते हैं। ठीक है, तो उन्हां दोनां दे विचों एक माइनर है एक मेजर है, मेजर मीनस अडल्ट। ठीक है, तो उस दे विच की कहंदे ने कि उस केस दे विच माइनर की कोई भी लाइबिलिटी नहीं होगी, जिहड़ा मेजर है उसकी लाइबिलिटी होगी। जिवें मान लो इस दे विच आपां एग्जांपल करते हैं कि ए एंड बी, एक परसन है नहीं आप राम एंड श्याम करते हैं, राम एंड श्याम है। ठीक है, राम है जिहड़ा 15 साल का, श्याम है जिहड़ा 19 साल का। ठीक है, उन्होंने दोनों ने मिलके किसी तीसरे परसन तो 10,000 रुपया ले लिया। ठीक है, तो हुण की है कि वो जिहड़ा 10,000 रुपया रीपे करना है उसकी लाइबिलिटी श्याम की होगी जिहड़ा 19 साल का है। जिहड़ा दूसरी पार्टी है कोई तीसरा बंदा है जिन्हें उन्होंने पैसा दिता है, उधार दिता है, कर्ज दिता है, वो किते भी राम तो क्लेम नहीं कर सकता, वो क्लेम कर सकता सिर्फ श्याम तो जो अडल्ट है। नैक्सट इज जिहड़ा है श्योरिटी फॉर अ माइनर। श्योरिटी वाला अगेन आप एक जिहड़ा है चैप्टर अगे डिस्कस करांगे स्पैशल टाइप्स ऑफ कॉन्ट्रैक्ट्स दे विच, तो उत्थे ये आपां नूं ज़्यादा अच्छी तरह नाल क्लीयर होगा। बट इत्थे कहंदे ने कि जे कोई परसन माइनर दे श्योरिटी की तरह बिहेव कर रहा है, एक्ट कर रहा है, ठीक है, तो वो जिहड़ा हैगा वो लायबल होगा। जिवें मान लो एक अडल्ट है वो माइनर दे लई श्योरिटी की तरह स्टैंड कर रहा है। ठीक है, तो उत्थे माइनर है जिहड़ा वो लायबल नहीं होगा, जिहड़ा अडल्ट है जो श्योरिटी है वो लायबल होगा। जिवें इस दे विच आपां गल करांगे श्योरिटी दे विच कि ਜਿਹੜੀਆਂ दो पार्टीज ਦੇ ਵਿੱਚ ਕੰਟਰੈਕਟ ਹੋਇਆ, ਜਿਵੇਂ ए ने बी ਤੋਂ ਜਿਹੜਾ ਹੈਗਾ ਪੈਸਾ ਲੈਤਾ। ਠੀਕ ਹੈ, ਤਾਂ ਤੀਸਰਾ ਬੰਦਾ ਸੀ ਉਹ बी ਨੂੰ ਕਹਿੰਦਾ ਕਿ ਹਾਂ ਬਈ ਤੂੰ ਇਸ ਨੂੰ ਪੈਸਾ ਦੇ ਦੇ, ਜੇ ਇਹਨੇ ਨਾ ਮੋੜਿਆ ਤਾਂ ਮੈਂ ਦੇਊਂਗਾ श्योरिटी। ਤਾਂ B ਪਹਿਲਾਂ A ਨੂੰ ਕਲੇਮ ਕਰੂਗਾ ਵੀ ਹਾਂ ਤੂੰ ਮੈਨੂੰ ਪੈਸਾ ਦੇ, ਜੇ A ਨਹੀਂ ਮੋੜਦਾ ਤਾਂ ਉਹ श्योरिटी ਕੋਲੇ ਜਾਊਗਾ ਬਈ ਉਹਨੇ ਤਾਂ ਤੂੰ ਉਹਦੀ ਗਰੰਟੀ ਲੈਤੀ ਸੀ, श्योरिटी ਲੈਤੀ ਸੀ। ठीक है, ਉਹਨੇ ਨਹੀਂ ਦਿੱਤਾ, ਹੁਣ ਤੂੰ ਮੈਨੂੰ पे कर। ਤਾਂ ਉੱਥੇ ਜਿਹੜਾ ਹੈਗਾ जो श्योरिटी है उसकी लाइबिलिटी बनूगी जो सेकेंडरी लाइबिलिटी है। बट जो माइनर के लिए कोई परसन गारंटी दे रहेगा तो उत्थे जिहड़ा हैगा माइनर की कोई लाइबिलिटी नहीं बनूगी, जो श्योरिटी है उसकी प्राइमरी पहली लाइबिलिटी बन जाएगी। नैक्सट है माइनर है शेयर होल्डर। माइनर है जिहड़ा शेयर होल्डर कौन होता है, जो शेयर्स परचेज करता है किसी कंपनी के। बट माइनर तो कोई कंट्रैक्ट कर नहीं सकता, सेल परचेज कर नहीं सकता, तो वो शेयर्स भी नहीं परचेज कर सकता, तो एक माइनर शेयर होल्डर नहीं हो सकता। बट कहते कि कई बार जिहड़ा है बाय मिसटेक वो मैंबर बन भी जाता है, कोई भी परसन किसी कंपनी के शेयर्स परचेज कर लेंदा तो कंपनी का मैंबर बन जाता है। तो जे वो मैंबर इन केस बन भी जाता है बाय मिसटेक, तो कंपनी की करूगी उस कंट्रैक्ट नूं, उस ट्रांजैक्शन नूं वापस करूगी। रीसेंट करना मतलब कैंसल करना, वापस ले लेना, तो उसका जिहड़ा नाम है रजिस्टर्स दे विचों उसनूं वापस कर दूगी। रजिस्टर किहड़ा, रजिस्टर ऑफ कंपनीज। ये तुसीं कंपनीज एक्ट दे विच सैकेंड ईयर दे विच पढ़ोगे।
ਤਾਂ ਉਸ ਦੇ ਵਿੱਚ ਉਸ ਨੂੰ ਵਾਪਸ ਕਰ ਦੇਗੀ। ठीक है, ਤਾਂ ਇਹ ਜਿਹੜਾ ਹੈਗਾ ਮਾਈਨਰ ਸ਼ੇਅਰ ਹੋਲਡਰ ਨਹੀਂ ਹੋ ਸਕਦਾ। ਅਗੇਨ ਕਿ ਜੇ ਮਾਈਨਰ ਜਿਹੜਾ ਹੈਗਾ ਆਪਣੇ ਲॉफुल ਗਾਰਡੀਅਨ ਦੇ ਥਰੂ ਐਕਟ ਕਰ ਰਿਹਾ ਹੈਗਾ ਤਾਂ ਉਸ ਨੂੰ ਆਪਾਂ ਸ਼ੇਅਰ ਹੋਲਡਰ ਕਹਿ ਸਕਦੇ ਹਾਂ। ਬਾਈ ਟਰਾਂਸਫਰ, ਬਾਈ ਟਰਾਂਸਮਿਸ਼ਨ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਸ਼ੇਅਰਸ ਦੇ ਅਗੇਂਸਟ ਫੁੱਲੀ ਪੇ ਕੀਤਾ ਜਾਊਗਾ। ਨੈਕਸਟ ਇਜ਼ ਲਾਇਬਿਲਿਟੀ ਫॉर ਨੈਸੈਸਰੀਜ਼। ਹੁਣ ਨੈਸੈਸਰੀਜ਼ ਪਹਿਲਾਂ ਆਪਾਂ ਗੱਲ ਕਰਦੇ ਹਾਂ ਨੈਸੈਸਰੀਜ਼ ਕੀ ਨੇ। ਨੈਸੈਸਰੀਜ਼ ਜਿਹੜੀਆਂ ਹੁੰਦੀਆਂ ਨੇ ਜੋ ਆਪਾਂ ਨੂੰ ਜਿਹੜਾ ਹੈਗਾ ਉਹ ਨੈਸੈਸਰੀਜ਼ ਉਹ ਥਿੰਗਸ ਹੁੰਦੀਆਂ ਨੇ ਜਿਹੜੀਆਂ ਐਸੈਂਸ਼ੀਅਲ ਹੁੰਦੀਆਂ ਨੇ ਆਪਣੇ ਲਈ ਠੀਕ ਹੈ, ਜਾਂ ਕਿਸੇ ਮਾਈਨਰ ਦੇ ਲਈ। ਇਸ ਦੇ ਵਿੱਚ ਕੋਈ ਲਗਜ਼ਰੀਜ਼ ਨਹੀਂ ਆਉਂਦੀਆਂ, ਕੋਈ ਕਾਸਟਲੀ ਜਾਂ ਅਨਨੈਸੈਸਰੀ ਥਿੰਗਸ ਨਹੀਂ ਆਉਂਦੀਆਂ ਠੀਕ ਹੈ। ਜਿਵੇਂ ਆਪਾਂ ਬੇਸਿਕ ਚੀਜ਼ਾਂ ਕਹਿੰਦੇ ਆ ਰੋਟੀ, ਕਪੜਾ ਔਰ ਮਕਾਨ, ਇਹ ਤਿੰਨ ਹਿਊਮਨ ਬੀਇੰਗਸ ਦੇ ਲਈ ਐਸੈਂਸ਼ੀਅਲਸ ਨੇ ਠੀਕ ਹੈ। ਉਸੇ ਤਰ੍ਹਾਂ ਨਾਲ ਆਪਾਂ ਇੱਕ ਬੱਚੇ ਦੇ ਲਈ, ਇੱਕ ਮਾਈਨਰ ਦੇ ਲਈ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਹੁਣ ਨੈਸੈਸਰੀਜ਼ ਨੇ ਜਿਹੜੀਆਂ ਉਹ ਅਲੱਗ-ਅਲੱਗ ਮਾਈਨਰ ਦੇ ਲਈ, ਅਲੱਗ-ਅਲੱਗ ਪਰਸਨ ਦੇ ਲਈ ਅਲੱਗ-ਅਲੱਗ ਹੋ ਸਕਦੀਆਂ ਨੇ। ਜਿਵੇਂ ਉਹ ਕਿਸ ਚੀਜ਼ ਤੇ ਡਿਪੈਂਡ ਕਰੂਗਾ, ਉਹਨਾਂ ਦੀ ਕਲਾਸ ਆਫ ਸੁਸਾਇਟੀ ਕਿਹੜੀ ਹੈ। ਆਪਾਂ ਸੁਸਾਇਟੀ ਨੂੰ ਮੇਨਲੀ 3 ਕਲਾਸਿਸ ਦੇ ਵਿੱਚ ਵੰਡ ਦਿੰਦੇ ਹਾਂ ਠੀਕ ਹੈ। ਜਿਵੇਂ ਲੋਅਰ ਕਲਾਸ ਹੈ, ਮਿਡਲ ਕਲਾਸ ਹੈ, ਟੌਪ ਕਲਾਸ ਹੈ ਠੀਕ ਹੈ। ਤਾਂ ਜਿਹੜੀ ਕਲਾਸ ਦੇ ਵਿੱਚ ਬੱਚਾ ਐਗਜ਼ਿਸਟ ਕਰਦਾ ਸੁਸਾਇਟੀ ਦੀ, ਉਸ ਕਲਾਸ ਦੇ ਅਕੋਰਡਿੰਗਲੀ ਜੋ ਚੀਜ਼ਾਂ ਉਸਨੂੰ ਮਿਲਦੀਆਂ ਜ਼ਰੂਰੀ ਚਾਹੀਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਨੈਸੈਸਰੀਜ਼ ਠੀਕ ਹੈ। ਤਾਂ ਇਸ ਦੇ ਵਿੱਚ ਆਪਾਂ ਕਵਰ ਕਰ ਸਕਦੇ ਹਾਂ ਐਕਸਪੈਂਸਿਸ ਆਫ ਮਾਈਨਰਸ ਐਜੂਕੇਸ਼ਨ, ਉਹਦੀ ਐਜੂਕੇਸ਼ਨ 'ਤੇ ਜੋ ਖਰਚਾ ਆ ਰਿਹਾ। ਕੋਈ ਫਨਰਲ ਸੈਰੇਮਨੀਜ਼ ਉਸਨੂੰ ਆਪਣੀ ਵਾਈਫ, ਹਸਬੈਂਡ ਜਾਂ ਚਿਲਡਰਨ ਦੀਆਂ ਕਰਨੀਆਂ ਪੈਂਦੀਆਂ ਨੇ, ਉਹ ਇਸ ਦੇ ਵਿੱਚ ਕਵਰ ਹੋ ਜਾਣਗੀਆਂ। ਹੁਣ ਮਾਈਨਰ ਹੈ, ਮਾਈਨਰ ਦੀ ਵਾਈਫ, ਹਸਬੈਂਡ ਨਹੀਂ ਹੋ ਸਕਦੇ ਠੀਕ ਹੈ, ਚਿਲਡਰਨ ਨਹੀਂ ਹੋ ਸਕਦੇ। ਬਟ ਇਹ ਜਿਹੜਾ ਆਪਣਾ ਕੰਟਰੈਕਟ ਐਕਟ ਹੈ ਇਹ ਆਪਾਂ ਪੜ੍ਹ ਰਹੇ ਹਾਂ 1872 ਦੇ ਵਿੱਚ, 1872 ਤੋਂ ਠੀਕ ਹੈ। ਤਾਂ ਉਸ ਟਾਈਮ 'ਤੇ ਜਿਹੜਾ ਹੈਗਾ ਮਾਈਨਰ ਦਾ ਜਿਹੜਾ ਹੈਗਾ ਮੈਰਿਜ ਪੋਸੀਬਲ ਸੀ, ਤਾਂ ਉੱਥੇ ਹਸਬੈਂਡ ਵਾਈਫ ਪੋਸੀਬਲ ਸੀ ਠੀਕ ਹੈ। ਤਾਂ ਇਹ ਜਿਹੜਾ ਹੈਗਾ ਇਸ ਦੇ ਵਿੱਚ ਕਵਰ ਹੁੰਦਾ। ਹੁਣ ਆਪਾਂ ਗੱਲ ਜਿਹੜੀ ਹੈਗੀ ਆ ਲਾਇਬਿਲਿਟੀ ਦੀ ਕਰਦੇ ਹਾਂ, ਲਾਇਬਿਲਿਟੀ ਫॉर ਨੈਸੈਸਰੀਜ਼। ਸੈਕਸ਼ਨ 68 ਹੈ ਜਿਹੜਾ ਉਹ ਆਪਾਂ ਨੂੰ ਇਸ ਟੌਪਿਕ ਨੂੰ ਕਲੀਅਰ ਕਰਦਾ ਹੈ, ਲਾਇਬਿਲਿਟੀ ਫॉर ਨੈਸੈਸਰੀਜ਼। ਹੁਣ ਇਸ ਦੇ ਵਿੱਚ ਕੀ ਕਹਿੰਦੇ ਆ ਕਿ ਇੱਕ ਮਾਈਨਰ ਹੈ, ਉਸਨੂੰ ਨੈਸੈਸਰੀਜ਼ ਆਪਣੀਆਂ ਚਾਹੀਦੀਆਂ ਨੇ, ਨੈਸੈਸਿਟੀਜ਼ ਜੋ ਵੀ ਨੇ ਉਹ ਚਾਹੀਦੀਆਂ ਨੇ, ਤਾਂ ਕੋਈ ਨਾ ਕੋਈ ਪਰਸਨ ਹੈ ਜਿਹੜਾ ਉਹਨਾਂ ਨੂੰ ਸਪਲਾਈ ਕਰੂਗਾ। ਤਾਂ ਇੱਥੇ ਕੀ ਕਹਿੰਦੇ ਆ ਕਿ ਕੋਈ ਵੀ ਪਰਸਨ ਜੋ ਮਾਈਨਰ ਨੂੰ ਉਹਦੀਆਂ ਨੈਸੈਸਰੀਜ਼ ਸਪਲਾਈ ਕਰ ਰਿਹਾ ਹੈਗਾ ਥਰੂ ਗਾਰਡੀਅਨ ਕਰ ਰਿਹਾ ਹੈ ਜਾਂ ਡਾਇਰੈਕਟ ਕਰ ਰਿਹਾ, ਤਾਂ ਉੱਥੇ ਜਿਹੜਾ ਹੈਗਾ ਇਹ ਕੰਟਰੈਕਟ ਐਨਫੋਰਸੇਬਲ ਹੋਊਗਾ। ਇਹ ਨਹੀਂ ਹੈ ਕਿ ਮੈਂ ਤਾਂ ਮਾਈਨਰ ਨੂੰ ਗੁੱਡ ਸੇਲ ਕੀਤੀਆਂ ਨੇ ਤਾਂ ਇਹ ਵੋਇਡ ਹੋ ਗਿਆ ਠੀਕ ਹੈ। ਮਾਈਨਰ ਮੁੱਕਰ ਜੇ ਕਿ ਮੈਂ ਤਾਂ ਮਾਈਨਰ ਹੈ, ਮੈਨੂੰ ਤਾਂ ਜਿਹੜਾ ਹੈਗਾ ਐਨਫੋਰਸੇਬਲ ਹੋ ਨਹੀਂ ਸਕਦਾ ਕੰਟਰੈਕਟ, ਇਹ ਤਾਂ ਵੋਇਡ ਹੈ। ਬਟ ਉੱਥੇ ਕੀ ਕਹਿੰਦੇ ਨੇ ਕਿ ਜਦੋਂ ਨੈਸੈਸਰੀਜ਼ ਜਿਹੜੀਆਂ ਹੈਗੀਆਂ ਨੇ ਸਪਲਾਈ ਕੀਤੀਆਂ ਜਾਂਦੀਆਂ ਤਾਂ ਮਾਈਨਰ ਨੂੰ ਉਸ ਦੇ ਅਗੇਂਸਟ ਪੇ ਕਰਨਾ ਪਊਗਾ। ਹੁਣ ਇੱਥੇ ਇੱਕ ਪੁਆਇੰਟ ਹੋਰ ਹੈ, ਮਾਈਨਰ ਹਿਮਸੈਲਫ ਜਿਹੜਾ ਹੈਗਾ ਲਾਇਬਲ ਨਹੀਂ ਹੋਊਗਾ, ਉਸ ਦੀ ਜਿਹੜੀ ਪ੍ਰੋਪਰਟੀ ਹੈ ਉਹ ਜਿਹੜੀ ਹੈਗੀ ਹੈ ਲਾਇਬਲ ਹੋਊਗੀ ਠੀਕ ਹੈ। ਮਾਈਨਰ ਆਪਣੇ ਆਪ ਕਦੇ ਲਾਇਬਲ ਨਹੀਂ ਹੋਊਗਾ, ਬਟ ਉਸ ਦੀ ਜੋ ਪ੍ਰੋਪਰਟੀ ਹੈ, ਪ੍ਰੋਪਰਟੀ ਇਜ਼ ਲਾਇਬਲ ਠੀਕ ਹੈ। ਤਾਂ ਉਸ ਨੂੰ ਆਪਣੀ ਪ੍ਰੋਪਰਟੀ ਦੇ ਵਿੱਚੋਂ ਜੋ ਵੀ ਪ੍ਰਾਈਸ ਹੈ ਨੈਸੈਸਰੀਜ਼ ਦਾ ਉਹ ਪੇ ਕਰਨਾ ਪਊਗਾ ਠੀਕ। ਤਾਂ ਨੈਕਸਟ ਕੀ ਕਹਿੰਦੇ ਨੇ ਕਿ ਜਿਹੜੀਆਂ ਨੈਸੈਸਰੀਜ਼ ਨੇ 2 ਕੰਡੀਸ਼ਨਸ ਦੇ ਵਿੱਚ ਸੈਟਿਸਫਾਈ ਕੀਤੀਆਂ ਜਾਣਗੀਆਂ। ਜਿਵੇਂ ਕੀ ਕਹਿੰਦੇ ਨੇ ਕੰਟਰੈਕਟ ਮਸਟ ਫਾਰ ਦਾ ਗੁੱਡਸ ਰੀਜ਼ਨੇਬਲੀ ਨੈਸੈਸਰੀ, ਜਿਹੜੀਆਂ ਰੀਜ਼ਨੇਬਲੀ ਨੈਸੈਸਰੀ ਨੇ ਮਾਈਨਰ ਦੇ ਲਈ, ਉਹਨਾਂ ਗੁੱਡਸ ਦੇ ਲਈ ਹੀ ਇਹ ਜਿਹੜਾ ਸੈਕਸ਼ਨ ਹੈ ਉਹ ਅਪਲਾਈ ਹੋਊਗਾ। ਸੈਕਿੰਡ ਕਹਿੰਦੇ ਕਿ ਮਾਈਨਰ ਮਸਟ ਨਾਟ ਹੈਵ ਆਲਰੇਡੀ ਸਫੀਸ਼ੀਐਂਟ ਸਪਲਾਈ, ਉਹਨਾਂ ਨੈਸੈਸਰੀਜ਼ ਦੀ ਆਲਰੇਡੀ ਜੇ ਸਫੀਸ਼ੀਐਂਟ ਸਪਲਾਈ ਹੈ ਤਾਂ ਇਹ ਕੰਡੀਸ਼ਨ ਐਪਲੀਕੇਬਲ ਨਹੀਂ ਹੋਊਗੀ। ਹੁਣ ਨੈਕਸਟ ਆਪਾਂ ਇਸ ਦੇ ਵਿੱਚ ਗੱਲ ਕਰਦੇ ਹਾਂ ਕਿ ਜਿਵੇਂ ਇਸ ਦੇ ਵਿੱਚ ਕੇਸ ਹੈ ਜੋ ਇੱਕ ਪਰਸਨ ਮਾਈਨਰ ਹੈ ਇਨਾਮ ਠੀਕ ਹੈ, ਇਮਾਨ ਉਹ ਅੰਡਰ ਗ੍ਰੈਜੂਏਟ ਹੈ, ਉਸਨੇ ਕੀ ਕੀਤਾ ਉਹਦੇ ਕੋਲੇ 11 ਫੈਂਸੀ ਵੇਸਟ ਕੋਟਸ ਜਿਹੜੇ ਸੀਗੇ ਉਹਨੇ ਬਾਏ ਕਰ ਲਏ ਠੀਕ ਹੈ। ਬਟ ਉਹ ਬਾਏ ਕਰਨ ਤੋਂ ਪਹਿਲਾਂ ਹੀ ਉਹਦੇ ਕੋਲ ਜਿਹੜਾ ਹੈਗਾ ਐਡਿਕੁਏਟਲੀ ਪ੍ਰੋਵਾਈਡਡ ਸੀ ਕਲੋਥਿੰਗ, ਪ੍ਰੋਪਰ ਉਹਦੇ ਕੋਲ ਸੀ, ਤਾਂ ਇਹ ਜਿਹੜੇ ਨੈਸੈਸਰੀਜ਼ ਦੇ ਵਿੱਚ ਕਵਰ ਨਹੀਂ ਹੋਣਗੇ ਠੀਕ ਹੈ। ਔਰ ਇਹਨਾਂ ਦੇ ਲਈ ਪ੍ਰਾਈਸ ਹੈ ਜਿਹੜਾ ਉਹ ਰਿਕਵਰ ਨਹੀਂ ਕੀਤਾ ਜਾ ਸਕਦਾ। ਨੈਕਸਟ ਕਹਿੰਦੇ ਨੇ ਕਿ ਕਿਹੜੀਆਂ ਗੁੱਡਸ ਨੇ ਜਿਹੜੀਆਂ ਕਵਰ ਕੀਤੀਆਂ ਜਾਂਦੀਆਂ ਨੇ, ਜਿਵੇਂ ਮੈਡੀਕਲ ਐਡਵਾਈਸ ਹੈ, ਕੋਈ ਮਾਈਨਰ ਦੇ ਰਹਿਣ ਲਈ ਹਾਊਸ ਹੈ ਠੀਕ ਹੈ ਨਾ, ਉਸ ਦੀ ਜਿਹੜੀ ਐਜੂਕੇਸ਼ਨ ਹੈ, ਇਹ ਖਰਚੇ ਨੇ ਜਿਹੜੇ ਨੈਸੈਸਰੀਜ਼ ਦੇ ਵਿੱਚ ਕਵਰ ਕੀਤੇ ਜਾਂਦੇ ਆ।
इस तरह नाल कुछ होर भी आपां नूं लिस्ट दित्ती हुई हैगी जिन्हां नूं कवर किया जांदा हैगा। जिवें सर्वेंट दे लई पे करना हैगा, ठीक है ना। हॉर्स है, जे डॉक्टर ने आपां नूं राइडिंग एक्सरसाइज दे लई कहा हैगा तां ओह भी प्रोवाइड करना पऊगा। जिहड़ा माइनर दी वाइफ है ਉਹਦੇ ਲਈ कोई गुड्स ਆਪਾਂ सप्लाई कर रहे हैं ਉਹ भी इस दे विच कवर किया जाऊगा। रेसिंग बाईसाइकिल है ਉਹ भी कवर किया जाऊगा। कुछ ने ਜਿਹੜੀਆਂ नहीं कवर ਹੁੰਦੀਆਂ, ਜਿਵੇਂ ट्रेडिंग के परपज़ ਦੇ ਲਈ माइनर कुछ परचेज कर ले ਉਹ ਇਸ ਦੇ ਵਿੱਚ ਨੈਸੈਸਰੀਜ਼ ਦੇ ਵਿੱਚ कवर नहीं होगा। कोई ਜਿਹੜਾ ਹੈਗਾ सिल्वर गिफ्ट कवर नहीं होगा, सिगारस गिफ्ट नहीं कवर होणगे, रिफ्रैशमेंट है कोई एंटरटेनमेंट की चीज़ है वो नहीं कवर होणगियां, ठीक है। इस तरह नाल ਜਿਹੜਾ है नैसैसरीज हैगियां की ने की नहीं हैगियां वो सारा कुछ आपां नूं इत्थे क्लीयर देखना पऊगा, ठीक है। तो नैक्सट ਜਿਹੜਾ है आपां करदे हां ਤਾਂ ਇਹ ਹੋ ਗਿਆ ਮਾਈਨਰ ਦੇ ਰਿਲੇਟਡ ਪੁਆਇੰਟ ਕਿ ਮਾਈਨਰ ਜੇ ਕਿਸੇ ਨਾਲ ਕੋਈ ਕੰਟਰੈਕਟ ਕਰਦਾ ਤਾਂ ਉਸਦੇ ਕੀ ਇਫੈਕਟਸ ਹੋਣਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਸੈਕਿੰਡ ਆਪਣਾ ਜਿਹੜਾ ਹੈ ਇਨਕੰਪੀਟੈਂਟ ਪਰਸਨਸ ਆਫ ਅਨਸਾਊਂਡ ਮਾਈਂਡ। ਸੈਕਸ਼ਨ 11 ਦੇ ਵਿੱਚ ਆਪਾਂ ਨੂੰ ਦੱਸਿਆ ਹੋਇਆ ਅਨਸਾਊਂਡ ਮਾਈਂਡ ਪਰਸਨਸ ਬਾਰੇ, ਠੀਕ ਹੈ। ਸੈਕਸ਼ਨ 12 ਆਪਾਂ ਨੂੰ ਦੱਸਦਾ ਕਿ ਅਨਸਾਊਂਡ ਮਾਈਂਡ ਪਰਸਨਸ ਕੌਣ ਹੁੰਦੇ ਨੇ, ਕੀ ਉਹਨਾਂ ਨਾਲ ਕੰਟਰੈਕਟ ਕਰਨ ਦਾ ਇਫੈਕਟ ਹੋਊਗਾ। ਇਹ ਆਪਾਂ ਨੂੰ ਦੱਸਦਾ ਹੈ ਕਿ ਕੋਈ ਵੀ ਪਰਸਨ ਜਿਹੜਾ ਹੈਗਾ ਕੋਈ ਵੀ ਪਰਸਨ ਹੈ ਜਿਹੜਾ ਉਸਨੂੰ ਆਪਾਂ ਸਾਊਂਡ ਮਾਈਂਡ ਪਰਸਨ ਕਹਿੰਦੇ ਆ ਕੰਟਰੈਕਟ ਕਰਨ ਦੇ ਪਰਪਸ ਦੇ ਲਈ ਜੇ ਐਟ ਦਾ ਟਾਈਮ ਇਫ ਐਟ ਦਾ ਟਾਈਮ ਵੈਨ ਹੀ ਮੇਕਸ ਕੰਟਰੈਕਟ ਜਦੋਂ ਉਹ ਕੰਟਰੈਕਟ ਕਰ ਰਿਹਾ ਉਸ ਟਾਈਮ ਤੇ ਉਹ ਕੈਪੇਬਲ ਹੈ ਅੰਡਰਸਟੈਂਡ ਕਰਨ ਦੇ, ਠੀਕ ਹੈ। ਇੱਕ ਜਿਹੜਾ जो भी उसके इंटरस्टर्स ने या जो भी ट्रांजैक्शन वो करन लग्या उसनों अच्छी तरह नाल समझ सकता है तो उसके की इफैक्ट्स होणगे उन्होंने समझ सकता है तो उसनों आपां साउंड माइंड परसन कहांगे। बट इस दे उल्ट जे कोई परसन जदों कंट्रैक्ट कर रहा उस टाइम ते उसके इफैक्ट्स नूं उसदियां टर्म्स नूं अंडरस्टैंड करन दे कैपेबल नहीं है तो आपां कहांगे अनसाउंड माइंड परसन। ਹੁਣ ਇਸ ਦੇ ਵਿੱਚ ਇਹਨਾਂ ਨੂੰ ਦੋ ਤਰ੍ਹਾਂ ਨਾਲ ਜਿਹੜਾ ਹੈਗਾ ਕਵਰ ਕੀਤਾ ਗਿਆ ਇਹਨਾਂ ਪਰਸਨਸ ਨੂੰ। ਫਸਟ ਕਹਿੰਦੇ ਨੇ ਕਿ ਅ ਪਰਸਨ ਹੂ ਇਜ਼ ਯੂਜ਼ਲੀ ਅਨਸਾਊਂਡ ਮਾਈਂਡ ਪਰਸਨ। ਨੋਰਮਲੀ ਜਿਹੜਾ ਹੈਗਾ ਉਹ ਅਨਸਾਊਂਡ ਮਾਈਂਡ ਹੀ ਹੁੰਦਾ ਬਟ ਓਕੇਜ਼ਨਲੀ ਉਸ ਦਾ ਦਿਮਾਗ ਕੰਮ ਕਰਨ ਲੱਗ ਜਾਂਦਾ ਸਾਊਂਡ ਮਾਈਂਡ ਹੁੰਦਾ। ਜਿਵੇਂ ਕੇਸ ਹੁੰਦੇ ਨੇ ਲੂਨੈਟਿਕ ਅਸਾਈਲਮ। ਅਸਾਈਲਮ ਕੀ ਹੁੰਦਾ ਕਿ ਇੱਕ ਬਿਮਾਰੀ ਹੈ ਮੈਂਟਲ ਡਿਸੀਜ਼ ਜਿਸ ਦੇ ਵਿੱਚ ਬੰਦਾ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਨੂੰ ਭੁੱਲਣ ਲੱਗ ਜਾਂਦਾ, ਠੀਕ ਹੈ। ਤਾਂ ਕਦੇ ਕਦੇ ਤਾਂ ਉਸਨੂੰ ਸਭ ਕੁਝ ਯਾਦ ਆ ਜਾਂਦਾ, ਉਹ ਨੋਰਮਲ ਹੋ ਜਾਂਦਾ। ਜ਼ਿਆਦਾਤਰ ਕੀ ਹੈ ਕਿ ਉਹ ਭੁੱਲਦਾ ਰਹਿੰਦਾ। ਤਾਂ ਜਿਸ ਟਾਈਮ ਤੇ ਜਿਹੜਾ ਹੈਗਾ ਉਹ ਨੋਰਮਲ ਹੈ ਉਸ ਟਾਈਮ ਪੀਰੀਅਡਸ ਦੇ ਵਿੱਚ ਉਹ ਕੰਟਰੈਕਟ ਕਰ ਸਕਦਾ। ਜਦੋਂ ਸਭ ਕੁਝ ਭੁੱਲ ਜਾਂਦਾ ਉਦੋਂ ਉਸਨੂੰ ਆਪਾਂ ਕਹਾਂਗੇ ਅਨਸਾਊਂਡ ਮਾਈਂਡ ਪਰਸਨ। ਦੂਸਰਾ ਇਸ ਦਾ ਰਿਵਰਸ ਹੈ ਕਿ ਨੋਰਮਲੀ ਪਰਸਨ ਜਿਹੜਾ ਹੈਗਾ ਉਹ ਸਾਊਂਡ ਮਾਈਂਡ ਹੈ, नॉर्मली परसन साउंड माइंड है बट ओकेजनली वो जिहड़ा हैगा अनसाउंड है, ठीक है। रिवर्स है इसदा। तो इस दे विच की कहते हैं कि जिवें कोई परसन है जो ड्रंक्ड है, ठीक है, जिहड़ा है ड्रंक्ड है जां कोई उसने ड्रग लैती हुई है तो उस दे विच की हुंदा हैगा कि जदों दा परसन ड्रंक्ड है उस टाइम ते उसका दिमाग नहीं काम कर रहा बट नॉर्मली जदों उसने ड्रिंक नहीं की हुई तो वो साउंड माइंड है, ठीक है। तो इस तरह नाल दो कैटेगरीज दे विच इसनूं डिवाइड किया होया। हुण आपां कहने आ कि साउंड माइंड कदों है ते अनसाउंड माइंड कदों है ये जिहड़ा हैगा डिसाइड करूगी कोर्ट। ते इस चीज़ नूं जिहड़ा हैगा प्रूव करूगा वो परसन जिसने कॉन्ट्रैक्ट कीता जिसदी अनसाउंडनैस जिहड़ी हैगी है आपां ने देखनी है, ठीक है। ਉਹਨੂੰ खुद ਨੂੰ प्रूव करना पऊगा कि जी ਜਦੋਂ मैं ਕੰਟਰੈਕਟ ਕੀਤਾ ਸੀ ਉਦੋਂ मैं अनसाउंड माइंड ਸੀ ਜਾਂ ਉਦੋਂ मैं साउंड माइंड ਸੀਗਾ। ਤਾਂ ਨੈਕਸਟ ਜਿਹੜਾ ਹੈਗੇ ਨੇ ਆਪਾਂ ਗੱਲ ਕਰਦੇ ਹਾਂ ਅਨਸਾਊਂਡ ਮਾਈਂਡ ਜਿਹੜਾ ਹੈਗਾ ਉਸ ਦਾ ਮਤਲਬ ਇਹ ਨਹੀਂ ਹੈ ਕਿ ਆਪਣਾ ਦਿਮਾਗ ਕੰਮ ਨਹੀਂ ਕਰਦਾ ਜਾਂ ਆਪਣਾ ਦਿਮਾਗ ਕਮਜ਼ੋਰ ਹੈ ਜਾਂ ਆਪਣੀ ਮੈਮਰੀ ਲਾਸ ਹੋ ਜਾਂਦੀ ਹੈ, ਠੀਕ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਆਪਾਂ ਨੂੰ ਜਿਹੜੀ ਹੈਗੀ ਹੈ ਅੰਡਰਸਟੈਂਡ ਕਰਨ ਦੀ ਕਪੈਸਿਟੀ ਹੈ ਜਿਹੜੀ ਉਹ ਉਸ ਟਾਈਮ ਤੇ ਨਹੀਂ ਹੈ ਜਾਂ ਕੰਟਰੈਕਟ ਦੀਆਂ ਜਿਹੜੀਆਂ ਟਰਮਸ ਨੇ ਉਹਨਾਂ ਨੂੰ ਸਮਝਣ ਦੀ ਕਪੈਸਿਟੀ ਨਹੀਂ ਹੈ ਜਾਂ ਕੰਟਰੈਕਟ ਦੇ ਨਾਲ ਆਪਣੇ ਤੇ ਕੀ ਇਫੈਕਟ ਹੋਊਗਾ ਉਸ ਚੀਜ਼ ਨੂੰ ਆਪਾਂ ਸਮਝਣ ਦੇ ਕੈਪੇਬਲ ਨਹੀਂ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਅਨਸਾਊਂਡ ਮਾਈਂਡ ਪਰਸਨ। ਇਸ ਦੇ ਕਈ ਸਾਰੇ ਰੀਜ਼ਨਸ ਹੋ ਸਕਦੇ ਨੇ। ਅੱਛਾ, ਇਹ ਕੰਟਰੈਕਟ ਵੋਇਡ ਹੋਊਗਾ ਹਮੇਸ਼ਾ ਜੇ ਅਨਸਾਊਂਡ ਮਾਈਂਡ ਪਰਸਨਸ ਦੇ ਨਾਲ ਆਪਾਂ ਕੰਟਰੈਕਟ ਕਰਦੇ ਹਾਂ ਤਾਂ ਉਹ ਵੋਇਡ ਹੋਊਗਾ। ਨੈਕਸਟ कहते हैं कि अनसाउंडनेस किवें अराइज हो सकती हैगी। पहला है इडियोसी, जिवें आपां नॉर्मली बोलते हैं ईडियट।
ਈਡੀਅਟ ਦਾ मतलब ਕੀ ਹੁੰਦਾ ਹੈ ਕਿ ਉਹ ਜਿਹੜਾ ਹੈਗਾ ਉਸ ਦੀ ਜੋ ਮੈਂਟਲ ਪਾਵਰ ਹੈ ਅੰਡਰਸਟੈਂਡ ਕਰਨ ਦੀ, ਠੀਕ ਹੈ, ਉਹ ਕੁਛ ਮੈਟਰਸ ਦੇ ਵਿੱਚ ਐਬਸੈਂਟ ਹੋ ਜਾਂਦੀ ਹੈ ਕਿਉਂਕਿ ਉਸ ਦਾ ਬ੍ਰੇਨ ਹੈ ਜਿਹੜਾ ਉਹ ਐਗਜ਼ੈਕਟਲੀ ਡਿਵੈਲਪ ਨਹੀਂ ਹੋਇਆ ਹੁੰਦਾ। ਜਿਵੇਂ ਆਪਾਂ ਕੁਛ ਕੁ ਬੱਚੇ ਦੇਖਦੇ ਹਾਂ, ਜਿਵੇਂ ਆਪਣੀ ਫਿਲਮ ਆਈ ਸੀ ਇੱਕ ਕੋਈ ਮਿਲ ਗਿਆ, ਹੈ ਨਾ, ਉਸ ਦੇ ਵਿੱਚ ਰਿਤਿਕ ਰੋਸ਼ਨ ਕੀ ਹੈ ਕਿ ਉਮਰ ਦਾ ਤਾਂ ਉਹ 18-20 ਸਾਲ ਦਾ ਜਿਹੜਾ ਹੈਗਾ ਅਡਲਟ ਹੋ ਜਾਂਦਾ, ਬਟ ਉਸ ਦਾ ਜਿਹੜਾ ਬ੍ਰੇਨ ਹੈ ਉਹ ਡਿਵੈਲਪ ਨਹੀਂ ਹੋਇਆ। ਹੀ ਇਜ਼ ਈਡੀਅਟ, ਠੀਕ ਹੈ। ਉਸ ਕੰਡੀਸ਼ਨ ਨੂੰ ਆਪਾਂ ਬੋਲਦੇ ਹਾਂ ਈਡੀਓਸੀ। ਤਾਂ ਉਸ ਦੇ ਵਿੱਚ ਜਿਹੜਾ ਹੈਗਾ ਜੋ ਪਰਸਨ ਹੈ ਉਹ ਕੰਟਰੈਕਟ ਕਰਨ ਦੇ ਕੈਪੇਬਲ ਨਹੀਂ ਹੈ। ਸੈਕਿੰਡ ਇਜ਼ ਲੂਨੈਂਸੀ ਔਰ ਇਨਸੈਨਿਟੀ। ਲੂਨੈਂਸੀ ਕੀ ਹੁੰਦਾ ਕਿ ਇਹ ਇੱਕ ਬ੍ਰੇਨ ਦੀ ਡਿਸੀਜ਼ ਹੈ, ਠੀਕ ਹੈ। ਇਸ ਦੇ ਵਿੱਚ ਜਿਹੜਾ ਹੈਗਾ ਕੁਛ ਮੈਂਟਲ ਸਟ੍ਰੇਨ ਜਾਂ ਮੈਂਟਲ ਡਿਸੀਜ਼ ਦੇ ਕਾਰਨ ਆਪਣਾ ਜੋ ਬ੍ਰੇਨ ਹੈ ਉਹ ਪ੍ਰੋਪਰਲੀ ਵਰਕ ਨਹੀਂ ਕਰਦਾ। ਡਰੰਕਨੈਸ ਕੀ ਹੈ, ਜਿਵੇਂ ਜਦੋਂ ਕੋਈ ਆਪਾਂ ਨੇ ਜਿਹੜਾ ਹੈਗਾ ਟੈਂਪਰੇਰੀ ਇਨਕੈਪੈਸਿਟੀ ਆਪਾਂ ਇਸ ਨੂੰ ਬੋਲ ਸਕਦੇ ਹੈਗੇ, ਜਿਵੇਂ ਕਿਸੇ ਪਰਸਨ ਨੇ ਕੋਈ ਡਰੱਗਸ ਲੈਤੀਆਂ ਹੋਈਆਂ, ਠੀਕ ਹੈ, ਇੰਟੌਕਸੀਕੇਸ਼ਨ ਦੇ ਨਾਲ ਜਿਹੜਾ ਹੈਗਾ ਅਨਸਾਊਂਡਨੈਸ ਆਈ ਹੈ। ਹਿਪਨੋਟਿਜ਼ਮ ਦੋਨੋਂ ਸਭ ਨੂੰ ਕਲੀਅਰ ਹੈ ਕਿ ਜਿਹੜਾ ਹੈਗਾ ਜੋ ਆਰਟੀਫਿਸ਼ਲ ਇੰਡਿਊਸਡ ਸਲੀਪ ਹੁੰਦੀ ਹੈ, ਕਿਸੇ ਦੂਸਰੇ ਪਰਸਨ ਦੇ ਮਾਈਂਡ ਨੂੰ ਕੰਟਰੋਲ ਕਰ ਲੈਣਾ, ਉਸ ਟਾਈਮ ਪੀਰੀਅਡ ਦੇ ਵਿੱਚ ਜੇ ਕੋਈ ਕੰਟਰੈਕਟ ਕੀਤਾ ਜਾਂਦਾ ਉਸ ਬੰਦੇ ਦੇ ਨਾਲ, ਹਿਪਨੋਟਾਈਜ਼ਡ ਪਰਸਨ ਦੇ ਨਾਲ, ਤਾਂ ਉਹ ਵੈਲਿਡ ਨਹੀਂ ਹੋਊਗਾ। ਮੈਂਟਲ ਡਿਕੇ, ਓਲਡ ਏਜ ਦੇ ਨਾਲ ਆਪਣੀ ਮੈਮਰੀ ਲੋਸ ਹੋ ਜਾਂਦਾ, ਠੀਕ ਹੈ। ਆਪਾਂ ਨੋਰਮਲੀ ਬਜ਼ੁਰਗਾਂ ਦੇ ਵਿੱਚ ਦੇਖਦੇ ਹਾਂ ਜਾਂ ਸਮਝਣ ਦੀ ਸ਼ਕਤੀ ਨਹੀਂ ਰਹਿੰਦੀ, ਉਹਨੂੰ ਵੀ ਆਪਾਂ ਅਨਸਾਊਂਡਨੈਸ ਦੇ ਵਿੱਚ ਕਵਰ ਕਰਦੇ ਹਾਂ। ਨੈਕਸਟ ਜੋ ਹੈ ਥਰਡ ਕੈਟੇਗਰੀ ਆਪਾਂ ਇੱਥੇ ਡਿਸਕਸ ਕਰਦੇ ਹਾਂ ਕਿ ਜਿਹੜਾ ਹੈ ਪਰਸਨਸ ਡਿਸਕੁਆਲੀਫਾਈਡ ਬਾਈ ਐਨੀ ਅਦਰ ਲਾਅ। ਕਿਸੇ ਵੀ ਲਾਅ ਦੇ ਵਿੱਚ, ਕਿਸੇ ਵੀ ਐਕਟ ਦੇ ਅੰਡਰ ਜਿਹੜਾ ਹੈਗਾ ਕੁਛ ਪਰਸਨਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਂਦਾ ਕਿ ਤੁਸੀਂ ਕੰਟਰੈਕਟ ਨਹੀਂ ਕਰ ਸਕਦੇ। ਤਾਂ ਇਸ ਦੇ ਵਿੱਚ ਕੁਛ ਪਰਸਨਸ ਨੇ ਜਿਵੇਂ ਏਲੀਅਨ ਐਨਮੀਜ਼ ਨੇ, ਦੋ ਕੰਟਰੀਜ਼ ਨੇ, ਉਹਨਾਂ ਦੇ ਸਿਟੀਜ਼ਨਸ ਨੇ ਜਿਹੜੇ ਆਪਸ ਦੇ ਵਿੱਚ ਕੰਟਰੈਕਟ ਕਰ ਸਕਦੇ ਆ ਪੀਸ ਟਾਈਮ ਦੇ ਵਿੱਚ। ਬਟ ਜੇ ਦੋ ਕੰਟਰੀਜ਼ ਦੇ ਵਿੱਚ ਆਪਸ ਦੇ ਵਿੱਚ ਵਾਰ ਛਿੜਿਆ ਹੋਇਆ, ਠੀਕ ਹੈ, ਜਿਵੇਂ ਆਪਣਾ ਚਾਈਨਾ ਨਾਲ ਵਾਰ ਹੋਇਆ ਸੀ ਜਾਂ ਪਾਕਿਸਤਾਨ ਨਾਲ ਵਾਰ ਹੋਇਆ ਸੀਗਾ, ਤਾਂ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਉਹਨਾਂ ਦੇ ਸਿਟੀਜ਼ਨਸ ਨੇ ਉਹ ਕੀ ਬਣ ਜਾਂਦੇ ਇੱਕ ਦੂਜੇ ਲਈ ਏਲੀਅਨ, ਠੀਕ ਹੈ, ਏਲੀਅਨ ਐਨਮੀਜ਼। ਤਾਂ ਉਸ ਟਾਈਮ ਤੇ ਉਹ ਕੰਟਰੈਕਟ ਵੈਲਿਡ ਨਹੀਂ ਹੋਣਗੇ। ਨੈਕਸਟ ਜੋ ਹੈ ਦੈਟ ਇਜ਼ ਫੋਰਨ ਸੋਵਰੀਅਨਸ ਐਂਡ ਐਂਬੈਸਡਰਸ। ਇਹ ਜਿਹੜਾ ਪੁਆਇੰਟ ਹੈ ਇਸ ਦੇ ਵਿੱਚ ਕਹਿੰਦੇ ਨੇ ਕਿ ਜਿਹੜੀ ਜੂਰਿਸਡਿਕਸ਼ਨ ਹੈ ਉਹਨਾਂ ਨੂੰ ਜਿਹੜਾ ਹੈਗਾ ਹੈਵ ਰਾਈਟ ਟੂ ਕੰਟਰੈਕਟ ਬਟ ਕੈਨ ਕਲੇਮ ਦਾ ਪ੍ਰਿਵਿਲੇਜ ਆਫ ਨਾਟ ਬੀਇੰਗ ਸਿਊਡ। ਉਹ ਕੰਟਰੈਕਟ ਤਾਂ ਕਰ ਸਕਦੇ ਨੇ ਬਟ ਉਹ ਪ੍ਰਿਵਿਲੇਜ ਇੱਕ ਜਿਹੜਾ ਹੈਗਾ ਕੰਡੀਸ਼ਨ ਰੱਖ ਸਕਦੇ ਆ ਕਿ ਉਹਨਾਂ ਨੂੰ ਸਿਊ ਨਹੀਂ ਕੀਤਾ ਜਾਊਗਾ, ਠੀਕ ਹੈ। ਤਾਂ ਇਹ ਜਿਹੜੇ ਹੈਗੇ ਨੇ ਇਸ ਦੇ ਵਿੱਚ ਸਿਵਲ ਪ੍ਰੋਸੀਜਰ ਕੋਡ ਹੈ ਜਿਹੜਾ ਉਸਦੇ ਸੈਕਸ਼ਨਸ 84 87 ਜਿਹੜਾ ਹੈਗਾ ਉਹ ਕਵਰ ਕੀਤੇ ਜਾਂਦੇ ਨੇ। ਤਾਂ ਇਹ ਵੀ ਪਰਸਨਸ ਡਿਸਕੁਆਲੀਫਾਈਡ ਬਾਈ ਐਨੀ ਲਾਅ ਦੇ ਵਿੱਚ ਕਵਰ ਕੀਤੇ ਜਾਂਦੇ ਆ। ਇਸ ਜ਼ਿਆਦਾ ਡਿਟੇਲ ਦੇ ਵਿੱਚ ਆਪਾਂ ਨਹੀਂ ਜਾਵਾਂਗੇ। ਨੈਕਸਟ ਹੈ ਇੰਸੋਲਵੈਂਟਸ। ਇੰਸੋਲਵੈਂਟ ਕੋਈ ਵੀ ਜੋ ਫਾਈਨੈਂਸ਼ੀਅਲੀ ਇੰਸੋਲਵੈਂਟ ਹੈ, ਫਾਈਨੈਂਸ਼ੀਅਲੀ ਕੰਟਰੈਕਟਸ ਨਹੀਂ ਕਰ ਸਕਦਾ। ਇੰਸੋਲਵੈਂਸੀ ਐਕਟ ਦੇ ਵਿੱਚ ਜਿਹੜਾ ਹੈਗਾ ਉਸਨੂੰ ਇੰਸੋਲਵੈਂਟ ਡਿਕਲੇਅਰ ਕੀਤਾ ਤਾਂ ਉਹ ਕੰਟਰੈਕਟ ਨਹੀਂ ਕਰ ਸਕਦਾ। ਕੋਈ ਵੀ ਕਨਵਿਕਟਡ ਪਰਸਨ ਹੈ, ਕਨਵਿਕਟਡ ਪਰਸਨ ਮਤਲਬ ਜਿਸਨੂੰ ਕੋਈ ਇੰਪ੍ਰਿਜ਼ਨਮੈਂਟ ਹੋਈ ਹੈ, ਠੀਕ ਹੈ, ਉਹ ਵੀ ਜਦੋਂ ਤੱਕ ਉਸਦੀ ਸੈਂਟੈਂਸ ਇੰਪ੍ਰਿਜ਼ਨਮੈਂਟ ਐਕਸਪਾਇਰ ਨਹੀਂ ਹੁੰਦੀ ਉਦੋਂ ਤੱਕ ਉਹ ਕੰਟਰੈਕਟ ਨਹੀਂ ਕਰ ਸਕਦਾ। ਕਾਰਪੋਰੇਸ਼ਨਸ ਮਤਲਬ ਕੰਪਨੀਜ਼। ਕੰਪਨੀ ਸੈਕਿੰਡ ਈਅਰ ਦੇ ਵਿੱਚ ਤੁਸੀਂ ਕੰਪਨੀ ਲਾਅ ਪੜ੍ਹੋਗੇ, ਉਸ ਦੇ ਵਿੱਚ ਜਿਹੜਾ ਹੈ ਦੱਸਿਆ ਜਾਂਦਾ ਕਿ ਕੰਪਨੀਜ਼ ਨੇ ਜਿਹੜੀਆਂ ਉਹ ਆਰਟੀਫਿਸ਼ੀਅਲ ਪਰਸਨਸ ਨੇ, ਠੀਕ ਹੈ। ਤਾਂ ਉਹ ਐਗਜ਼ਿਸਟਿੰਗ ਕੋਈ ਹਿਊਮਨ ਬੀਂਗ ਤਾਂ ਹੈ ਨਹੀਂ, ਤਾਂ ਉਹ ਕੰਟਰੈਕਟ ਨਹੀਂ ਕਰ ਸਕਦੇ ਕੋਈ, ਬਟ ਉਹ ਆਪਣੇ ਏਜੰਟਸ ਦੇ ਥਰੂ ਆਪਣੀ ਮੈਨੇਜਮੈਂਟ, ਆਪਣੇ ਮੈਨੇਜਰਸ ਦੇ ਥਰੂ ਕੰਟਰੈਕਟ ਕਰਨ ਦੇ ਲਈ ਕੰਪੀਟੈਂਟ ਨੇ। ਮੈਰਿਡ ਵੀਮੈਨ ਹੈ, ਕੋਈ ਵੀ ਹੈ, ਮੈਰਿਡ ਹੈ, ਅਨਮੈਰਿਡ ਹੈ, ਕੰਟਰੈਕਟ ਕਰਨ ਦੇ ਲਈ ਕੰਪੀਟੈਂਟ ਹੈ। ਬਟ ਜਿਹੜਾ ਹੈਗਾ ਇੱਥੇ ਐਕਚੁਅਲੀ ਕੰਸੈਪਟ ਹੈ ਪਰਦਾ ਨਸ਼ੀਨ ਵੀਮੈਨ, ਠੀਕ ਹੈ। ਮੈਰਿਡ ਵੀਮੈਨ ਨੇ ਜਿਹੜੀਆਂ ਕੰਟਰੈਕਟ ਕਰਨ ਦੇ ਲਈ ਕੈਪੇਬਲ ਨੇ, ਠੀਕ ਹੈ, ਕੰਪੀਟੈਂਟ ਹੈ, ਕਿਸੇ ਵੀ ਪਾਰਟੀ ਦੇ ਅਗੇਂਸਟ ਕਰ ਸਕਦੀਆਂ, ਈਵਨ ਆਪਣੇ ਹਸਬੈਂਡ ਦੇ ਅਗੇਂਸਟ ਵੀ ਉਹ ਜਿਹੜਾ ਹੈਗਾ ਸਿਊ ਕਰ ਸਕਦੀਆਂ ਜਾਂ ਹਸਬੈਂਡ ਦੇ ਨਾਲ ਵੀ ਕੰਟਰੈਕਟ ਕਰ ਸਕਦੀਆਂ ਨੇ। ਬਟ ਇੱਥੇ ਮੇਨਲੀ ਕੰਸੈਪਟ ਕੀ ਹੈ, ਮੈਰਿਡ ਵੀਮੈਨ ਮਤਲਬ ਪਰਦਾ ਨਸ਼ੀ ਵੀਮੈਨ। ਜਿਵੇਂ ਆਪਾਂ
ਮੁਸਲਿਮ ਕੰਟਰੀਜ਼ ਦੇ ਵਿੱਚ ਜਾਂ ਮੁਸਲਿਮ ਰਿਲੀਜਨ ਦੇ ਵਿੱਚ ਜ਼ਿਆਦਾ ਦੇਖਦੇ ਹਾਂ ਕਿ ਜਿਹੜੀਆਂ ਲੇਡੀਜ਼ ਨੇ ਉਹ ਇੱਕ ਪਰਦੇ ਦੇ ਵਿੱਚ ਰਹਿੰਦੀਆਂ ਨੇ, ਠੀਕ ਹੈ। ਉਹਨਾਂ ਨੂੰ ਸਿਰਫ ਅਲਾਉਡ ਹੁੰਦਾ ਕਿ ਉਹ ਆਪਣੇ ਫੈਮਿਲੀ ਮੈਂਬਰਸ ਨੇ ਜਿਹੜੇ ਉਹਨਾਂ ਦੇ ਨਾਲ ਹੀ ਜਿਹੜਾ ਹੈਗਾ ਗੱਲਬਾਤ ਕਰ ਸਕਦੀਆਂ ਨੇ, ਘਰੋਂ ਬਾਹਰ ਨਹੀਂ ਜਾ ਸਕਦੀਆਂ। ਤਾਂ ਉਹਨਾਂ ਨੂੰ ਪੜ੍ਹਨ ਲਿਖਣ ਦਾ ਜਿਹੜਾ ਹੈਗਾ ਅਲਾਉ ਨਹੀਂ ਹੁੰਦਾ। ਤਾਂ ਕੀ ਹੈ ਕਿ ਉਹਨਾਂ ਦਾ ਜਿਹੜਾ ਹੈਗਾ ਬਾਹਰ ਦੀ ਦੁਨੀਆ ਦੀ ਕੋਈ ਨੌਲੇਜ ਨਹੀਂ ਹੁੰਦੀ, ਠੀਕ ਹੈ। ਤਾਂ ਉਹ ਕੰਟਰੈਕਟ ਦੀਆਂ ਕੰਡੀਸ਼ਨਸ ਨੂੰ, ਟਰਮਸ ਨੂੰ ਨਹੀਂ ਸਮਝ ਸਕਦੀਆਂ, ਤਾਂ ਉਹਨਾਂ ਨੂੰ ਵੀ ਡਿਸਕੁਆਲੀਫਾਈ ਕੀਤਾ ਜਾਂਦਾ ਕੰਟਰੈਕਟ ਕਰਨ ਦੇ ਲਈ। ਪ੍ਰੋਫੈਸ਼ਨਲ ਪਰਸਨਸ, ਇਸ ਦੇ ਵਿੱਚ ਕੀ ਕਹਿੰਦੇ ਆ ਕਿ ਜਿਹੜੇ ਡਾਕਟਰਸ ਨੇ ਜਾਂ ਐਡਵੋਕੇਟਸ ਨੇ ਜਾਂ ਕੁਛ ਡਾਕਟਰਸ ਨੇ, ਐਡਵੋਕੇਟਸ ਨੇ, ਇਹਨਾਂ ਨੂੰ ਇਸ ਦੇ ਵਿੱਚ ਕਵਰ ਕੀਤਾ ਜਾਂਦਾ। ਜਿਹੜਾ ਇੰਗਲੈਂਡ ਦੇ ਵਿੱਚ ਕੀ ਕਹਿੰਦੇ ਹੈ ਕਿ ਜਿਹੜੇ ਡਾਕਟਰਸ ਨੇ ਜਾਂ ਐਡਵੋਕੇਟਸ ਨੇ ਉਹਨਾਂ ਦੇ ਐਟੀਕੇਟਸ ਉਹਨਾਂ ਨੂੰ ਪ੍ਰੋਹਿਬਿਟ ਕਰਦੇ ਆ ਕਿ ਉਹ ਆਪਣੇ ਕਲਾਇੰਟ ਤੋਂ, ਮੰਨ ਲਓ ਕਿਸੇ ਕਲਾਇੰਟ ਨੇ ਆਪਣੇ ਡਾਕਟਰ ਨੂੰ ਜਾਂ ਆਪਣੇ ਐਡਵੋਕੇਟ ਨੂੰ ਫੀਸ ਨਹੀਂ ਦਿੱਤੀ, ਤਾਂ ਉਹ ਆਪਣੀ ਫੀਸ ਦੇ ਲਈ ਸਿਊ ਨਹੀਂ ਕਰ ਸਕਦੇ, ਠੀਕ ਹੈ। ਇਹ ਹੈ ਇੰਗਲੈਂਡ ਦੇ ਵਿੱਚ, ਠੀਕ ਹੈ। ਬਟ ਇੰਡੀਆ ਦੇ ਵਿੱਚ ਜਿਹੜਾ ਹੈਗਾ ਇਹ ਪਰਸਨਲ ਡਿਸਕੁਆਲੀਫਿਕੇਸ਼ਨਸ ਐਗਜ਼ਿਸਟ ਨਹੀਂ ਕਰਦੀਆਂ। ਇੰਡੀਆ ਦੇ ਵਿੱਚ ਜਿਹੜਾ ਹੈਗਾ ਇੱਕ ਐਡਵੋਕੇਟ ਹੈ ਜਿਹੜਾ ਉਹ ਆਪਣੇ ਕਲਾਇੰਟ ਦੇ ਅਗੇਂਸਟ ਵੀ ਜਿਹੜਾ ਹੈ ਕੰਟਰੈਕਟ ਕਰ ਸਕਦਾ ਜਾਂ ਆਪਣੇ ਕਲਾਇੰਟ ਦੇ ਨਾਲ ਵੀ ਕੰਟਰੈਕਟ ਕਰ ਸਕਦਾ ਫੀਸ ਦੇ ਲਈ, ਜਾਂ ਫਿਰ ਜੇ ਉਹ ਫੀਸ ਪੇ ਨਹੀਂ ਕਰਦਾ ਤਾਂ ਉਸਦੇ ਅਗੇਂਸਟ ਵੀ ਜਿਹੜਾ ਹੈ ਸਿਊ ਕਰ ਸਕਦਾ, ਸੂਟ ਫਾਈਲ ਕਰ ਸਕਦਾ, ਠੀਕ ਹੈ। ਤਾਂ ਇਹ ਹੋ ਗਿਆ ਪ੍ਰੋਫੈਸ਼ਨਲ ਪਰਸਨਸ। ਤਾਂ ਇਸ ਤਰ੍ਹਾਂ ਨਾਲ ਆਪਾਂ ਨੇ ਡਿਸਕਸ ਕੀਤੇ ਹੈ ਆਪਣੇ 3 ਇਨਕੰਪੀਟੈਂਟ ਪਰਸਨਸ, ਮਾਈਨਰ, unsound mind persons and persons disqualified from contracting by any other law, ठीक है। ਤਾਂ ਇਹਦੇ ਨਾਲ ਆਪਣਾ ਜੋ ਟੌਪਿਕ ਹੈ capacity of parties ਕੰਪਲੀਟ ਹੁੰਦਾ ਹੈ। ਨੈਕਸਟ ਲੈਕਚਰ ਦੇ ਵਿੱਚ ਨੈਕਸਟ ਟੌਪਿਕ ਪੜਾਂਗੇ। ਥੈਂਕ ਯੂ।